ਜੇਕਰ ਤੁਸੀਂ ਵੀ ਵੱਡੇ ਵੱਡੇ ਡਾਕਟਰਾਂ ਦੇ ਗੇੜੇ ਕੱਢ ਕੇ ਥੱਕ ਚੁੱਕੇ ਹੋ ਅਤੇ ਲੱਖਾਂ ਕਰੋੜਾਂ ਰੁਪਏ ਬਰਬਾਦ ਕਰ ਚੁੱਕੇ ਹੋ ਤਾਂ ਇੱਕ ਵਾਰ ਇਸ ਅਸਥਾਨ ਤੇ ਜ਼ਰੂਰ ਆਓ। ਸਾਰੇ ਦੁੱਖ ਦਰਦ ਤੁਹਾਡੇ ਦੂਰ ਹੋ ਜਾਣਗੇ ਅਤੇ ਦੂਰ ਹੋ ਜਾਣਗੀਆਂ ਭਿਆਨਕ ਬਿਮਾਰੀਆਂ। ਇੱਥੇ ਹੈ 68 ਤੀਰਥਾਂ ਦਾ ਅਨੋਖਾ ਫਲ। ਦੱਸ ਦਈਏ ਕਿ ਮਾਘੀ ਜਾਂ ਲੋਹੜੀ ਵਾਲੇ ਦਿਨ ਜੋ ਵੀ ਇਸ ਗੁਰੂ ਘਰ ਆ ਕੇ ਇਸ਼ਨਾਨ ਕਰਦਾ ਹੈ ਉਸ ਨੂੰ 68 ਤੀਰਥਾਂ ਦਾ ਅਨੋਖਾ ਫਲ ਪ੍ਰਾਪਤ ਹੁੰਦਾ ਹੈ ਅਤੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ ਤੇ ਗੁਰੂ ਜੀ ਉਸ ਨੂੰ ਆਪਣੇ ਹਿਰਦੇ ਦੇ ਨਾਲ ਲਗਾ ਲੈਂਦੇ ਨੇ ਤੇ ਡਾਕਟਰਾਂ ਦੇ ਗੇੜੇ ਉਸ ਪਰਿਵਾਰ ਨੂੰ ਨਹੀਂ ਕੱਢਣੇ ਪੈਂਦੇ ਜੋ ਇਸ ਗੁਰੂ ਘਰ ਆ ਕੇ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੁੰਦੇ ਨੇ ਅਤੇ ਗੁਰੂ ਜੀ ਦੇ ਓਟ ਆਸਰਾ ਲੈ ਕੇ ਆਪਣੀਆਂ ਸਾਰੀਆਂ ਬਿਮਾਰੀਆਂ ਦੂਰ ਕਰਵਾ ਲੈਂਦੇ ਨੇਗੇ। ਤੁਸੀਂ ਵੀ ਇੱਕ ਵਾਰ ਇਸ ਸਥਾਨ ਤੇ ਜ਼ਰੂਰ ਆ ਕੇ ਦੇਖਿਓ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਵੇ ਨੇ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਤੇ ਮੈਂ ਹਾਂ ਵੀਰਪਾਲ ਸ਼ੇਰਗਿੱਲ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਨਿਥਾਣਾ ਸਾਹਿਬ ਪਿੰਡ ਜੰਡਮਗੌਲੀ ਸਾਹਿਬ ਵਿਖੇ, ਜਿੱਥੇ ਕਿ ਇਹ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਦੱਸ ਦਈਏ ਕਿ ਇੱਥੇ ਮਾਘੀ ਜਾਂ ਲੋਹੜੀ ਵਾਲੇ ਦਿਨ ਜੋ ਵੀ ਇਸ਼ਨਾਨ ਕਰਦਾ ਹੈ, ਸ਼ਰਧਾ ਦੇ ਨਾਲ ਇੱਥੇ ਆਉਂਦਾ, ਉਸ ਨੂੰ 68 ਤੀਰਥਾਂ ਦਾ ਫਲ ਪ੍ਰਾਪਤ ਹੁੰਦਾ ਹੈ ਜੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ। ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ, ਉਸ ਇਤਿਹਾਸ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਇਸੇ ਦੇ ਨਾਲ ਹੀ ਇੱਥੇ ਕਿਹੜੇ ਤਿਉਹਾਰ ਜਾਂ ਫਿਰ ਕਿਹੜੇ ਧਾਰਮਿਕ ਸਮਾਗਮ ਮਨਾਏ ਜਾਂਦੇ ਨੇ ਉਹਨਾਂ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਏਕਮਕਾਰ ਸਤਿਗੁਰ ਪ੍ਰਸਾਦ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਵੇ ਨੇ ਆਵੇ। ਸੰਖੇਪ ਇਤਿਹਾਸ ਗੁਰਦੁਆਰਾ ਨਥਾਣਾ ਸਾਹਿਬ ਪਾਤਸ਼ਾਹੀ ਤੀਜੀ ਜੰਡਮਗੌਲੀ। ਸ਼੍ਰੀ ਗੁਰੂ ਅਮਰਦਾਸ ਜੀ ਗੰਗਾ ਇਸ਼ਨਾਨ ਕਰਦੇ ਜਾਂਦੇ ਤੇ ਆਉਂਦੇ ਸਮੇਂ ਇੱਥੇ ਰਾਤ ਬਿਤਾ ਕੇ ਜਾਂਦੇ ਸਨ। ਸੰਨ 1615 ਬਿਕਰਮੀ ਨੂੰ ਜਦ ਅਭਿਜੀਤ ਨਛੱਤਰ ਕੁੰਭ ਰਾਸ਼ੀ ਦੇ ਵਿੱਚ ਆਇਆ ਤੇ ਮਹਾਵਾੜਨੀ ਦਾ ਪੁਰਬ ਲੱਗਾ, ਜਿਸ ਨੂੰ ਅਭਿਜ ਪੁਰਬ ਲਿਖਿਆ ਹੈ, ਤਾਂ ਗੁਰੂ ਅਮਰਦਾਸ ਜੀ 22ਵੀਂ ਵਾਰੀ ਗੰਗਾ ਜੀ ਦੇ ਇਸ਼ਨਾਨ ਦੇ ਲਈ ਤਿਆਰ ਹੋਏ ਤਾਂ ਬਹੁਤ ਸਾਰੀ ਸੰਗਤ ਨਾਲ ਤਿਆਰ ਹੋ ਗਈ। ਸਤਿਗੁਰੂ ਅਮਰਦਾਸ ਜੀ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਹੋਏ ਇਸ ਥਾਂ ਤੇ ਸੰਗਤਾਂ ਸਮੇਤ ਪਹੁੰਚੇ। ਗੁਰੂ ਜੀ ਨਾਥਾਂ ਦੇ ਨਾਲ ਆਪਸ ਦੇ ਵਿੱਚ ਪਰਸਪਰ ਦਰਸ਼ਨ ਕਰਕੇ ਬਹੁਤ ਖੁਸ਼ ਹੋਏ। ਗੁਰੂ ਜੀ ਸਾਹਮਣੇ ਢਾਬ ਯਾਨੀ ਕਿ ਟੋਬੇ ਦੇ ਵਿੱਚ ਨਿਰਮਲ ਜਲ ਦੇ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਭਜਨ ਬੰਦਗੀ ਕਰਨ ਉਪਰੰਤ ਆਪਣੇ ਸੰਗੀ ਸਾਥੀਆਂ ਦੇ ਨਾਲ ਇੱਥੋਂ ਹੀ ਗੰਗਾ ਨੂੰ ਚਾਲੇ ਪਾਉਂਦੇ ਸਨ। ਇੱਕ ਦਿਨ ਨਾਥਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਕਿਹਾ, ਕੋਈ ਵਰ ਮੰਗੋ। ਤਾਂ ਨਾਥਾਂ ਨੇ ਕਿਹਾ, ਗੁਰੂ ਜੀ ਆਪ ਜੀ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ, ਸਾਡਾ ਵੀ ਉਧਾਰ ਕਰੋ। ਤਾਂ ਗੁਰੂ ਜੀ ਨੇ ਖੁਸ਼ੀ ਦੇ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਨਥਾਣਾ ਸਾਹਿਬ ਪ੍ਰਗਟ ਹੋਏਗਾ। ਗੁਰੂ ਜੀ ਨੇ ਸੱਚ ਦਾ ਉਪਦੇਸ਼ ਦੇ ਕੇ ਨਾਥਾਂ ਦਾ ਉਧਾਰ ਕੀਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮੇ ਅਨੁਸਾਰ ਜੇ ਕੋਈ ਸ਼ਰਧਾ ਦੇ ਨਾਲ ਸਰੋਵਰ ਦੇ ਵਿੱਚ ਲੋਹੜੀ ਤੇ ਮਾਘੀ ਨੂੰ ਇਸ਼ਨਾਨ ਕਰੇਗਾ ਉਸ ਨੂੰ 68 ਤੀਰਥਾਂ ਦਾ ਫਲ ਪ੍ਰਾਪਤ ਹੋਏਗਾ। ਹੁਕਮਨਾਮਾ ਗੁਰਦੁਆਰਾ ਨਥਾਣਾ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ। ਇਸ ਸਥਾਨ ਤੇ ਅੱਜ ਕੱਲ੍ਹ ਮੱਸਿਆ ਦੇ ਦਿਹਾੜੇ ਵਾਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਨੇ ਤੇ ਲੋਹੜੀ ਨੂੰ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਸੇਵਾਦਾਰ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਤੋਂ ਜਾਣਾਂਗੇ ਇਸ ਗੁਰੂ ਘਰ ਦਾ ਇਤਿਹਾਸ ਅਤੇ ਜਾਣਾਂਗੇ ਕਿ ਗੁਰੂ ਅਮਰਦਾਸ ਜੀ ਇੱਥੇ ਕਿੰਨੀ ਵਾਰ ਆਏ ਨੇ ਅਤੇ ਉਹਨਾਂ ਨੇ ਨਾਥਾਂ ਨੂੰ ਕੀ ਵਰਦਾਨ ਦਿੱਤਾ ਸੀ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਵਾਗਤ ਹੈ ਤੁਹਾਡਾ ਬੋਲੀ ਹੌਲੀ ਬਾਬਾ ਜੀ। ਹਾਂਜੀ, ਤੇ ਸਾਨੂੰ ਇਹ ਇਤਿਹਾਸ ਦੱਸੋ, ਗੁਰੂ ਘਰ ਦਾ ਕੀ ਇਤਿਹਾਸ ਹੈਗਾ? ਇਤਿਹਾਸ ਇਸ ਤਰ੍ਹਾਂ ਜੀ ਇੱਥੇ ਦਾ ਜੀ ਗੁਰਦੁਆਰਾ ਨਥਾਣਾ ਸਾਹਿਬ ਦਾ। ਇਹ ਪਿੰਡ ਜੰਡਮਗੌਲੀ ਦੀ ਜ਼ਮੀਨ 'ਚ ਬਣਿਆ ਹੋਇਆ ਗੁਰਦੁਆਰਾ ਸਾਹਿਬ। ਇੱਥੇ ਤੀਸਰੇ ਪਾਤਸ਼ਾਹ 22 ਵਾਰੀ ਆਏ ਜੀ। ਪਹਿਲਾਂ ਤਾਂ ਜਦ ਆਪਣੇ ਮਾਪਿਆਂ ਨਾਲ ਆਉਂਦੇ ਤੇ ਗੰਗਾ ਦੇ ਸਥਾਨਾਂ ਲਈ ਜਾਂਦੇ ਤੇ ਇੱਥੇ ਰਾਤ ਕੱਟਦੇ ਤੇ ਆਉਂਦੇ ਵੇ ਵੀ ਜਾਂਦੇ ਵੇ ਵੀ। ਅਤੇ ਜਦ ਫਿਰ 22ਵੀਂ ਵਾਰੀ ਆਏ ਗੁਰੂ ਬਣ ਕੇ ਆਏ। ਇੱਥੇ ਨਾਥ ਰਹਿੰਦੇ ਤੇ ਸਾਧੂ ਸੰਤ ਡੇਰੇ ਲਾ ਲੈਂਦੇ ਤੇ ਬਹੁਤ ਭਾਰੀ ਜੰਗਲ ਹੁੰਦਾ ਤਾ ਇੱਥੇ। ਤੋ
ਇੱਥੇ ਜਿੱਥੇ ਸਰੋਵਰ ਹੈ ਹੁਣ ਬਣਿਆ ਹੋਇਆ, ਇੱਥੇ ਇੱਕ ਟੋਭਾ ਤਾ। ਗੁਰੂ ਜੀ ਨਹਾ ਕੇ ਸਵੇਰੇ ਉਹਨਾਂ ਨਾਲ ਗਿਆਨ ਗੋਸ਼ਟੀ ਕਰਦੇ ਤੇ ਸ਼ਾਮ ਨੂੰ ਬੁੰਗਾ ਸਾਹਿਬ ਚਲੇ ਜਾਂਦੇ, ਉੱਥੇ ਰਾਤ ਕੱਟਦੇ। ਜਦ 22 ਮੇਰੀ ਆਏ ਗੁਰੂ ਬਣ ਕੇ ਸੰਗਤਾਂ ਨਾਲ, ਤਾਂ ਗਿਆਨ ਗੋਸ਼ਟੀ ਸਾਧਾਂ ਨਾਲ ਹੋਈ। ਤਾਂ ਉਹ ਸਾਧੂ ਲਗੇ ਕਹਿਣ, ਮਤਲਬ ਨਾਥ, ਵੀ ਗੁਰੂ ਜੀ ਤੁਸੀਂ ਤਾਂ ਸਦਾ ਵਾਸਤੇ ਅਮਰ ਰਹੋਗੇ, ਵੀ ਸਾਡਾ ਵੀ ਆਧਾਰ ਕਰੋ। ਗੁਰੂ ਜੀ ਨੇ ਬਚਨ ਕਰੇ ਵੀ ਤੁਹਾਡਾ ਨਾਂ ਪਹਿਲਾਂ ਆਵੇਗਾ, ਇੱਥੇ ਗੁਰਦੁਆਰਾ ਨਥਾਣਾ ਸਾਹਿਬ ਪ੍ਰਗਟ ਹੋਏਗਾ, ਇੱਥੇ ਬਹੁਤ ਸੋਹਣਾ ਤਲਾਬ ਬਣੇਗਾ ਤੇ ਗੁਰੂ ਇਮਾਰਤ ਬਣੇਗੀ। ਤੇ ਉਸ ਤੋਂ ਬਾਅਦ ਬਾਬਾ ਜੀ ਇਹ ਵੀ ਗੱਲ ਦੱਸ ਦਿਓ ਕਿ ਇੱਥੇ ਕਿੰਨੇ ਪਿੰਡਾਂ ਦੀ ਸ਼ਰਧਾ, ਜਿਹੜੇ ਨਾਲ ਦੇ ਪਿੰਡਾਂ ਦੇ ਲੋਕ ਨੇ, ਜਿਹੜੇ ਕਿੰਨੇ ਕੁ ਪਿੰਡਾਂ ਦੇ ਵਿੱਚੋਂ ਲੋਕ ਆਉਂਦੇ? ਇੱਥੇ ਪਿੰਡ ਬੇਟਾ 24 ਪਿੰਡ ਤਾਂ ਇਸ ਗੁਰਦੁਆਰੇ ਨਾਲ ਜੁੜੇ ਹੋਏ ਹੈ ਪੱਕੇ ਤੌਰ ਤੇ, ਜਿਨ੍ਹਾਂ ਦੀ ਜ਼ਮੀਨਾਂ ਇਸ ਗੁਰਦੁਆਰੇ ਦੇ ਨਾਂ, ਕਿਸੇ ਦੀ 2 ਵਿਗੇ, ਕਿਸੇ ਦੀ 4 ਵਿਗੇ ਜ਼ਮੀਨ ਇਸ ਗੁਰਦੁਆਰੇ ਦੇ ਨਾਂ, 24 ਪਿੰਡਾਂ ਦੀ 24 ਗੋਤ ਹੈ ਉਸ ਦੀ ਸਾਰਿਆਂ ਦੀ। ਤੇ ਹੋਰ ਵੀ ਸੰਗਤਾਂ ਇੱਥੇ ਆਈ ਜਾਂਦੀ ਹੈ, ਕੋਈ 50 ਮੀਲ ਤੋਂ ਆ ਜਾਂਦਾ, ਕੋਈ 100 ਮੀਲ ਤੋਂ ਆਉਂਦਾ। ਹੁਣ ਪਿੱਛੇ ਜੇ ਇਹ ਅੰਮ੍ਰਿਤਸਰ ਤੱਕ ਦੇ ਵੀ ਬੰਦੇ ਆਏ, ਇੱਥੇ ਲੁਧਿਆਣੇ ਤੱਕ ਦੇ ਵੀ ਆਏ, ਜਲੰਧਰ ਤੱਕ ਦੇ ਵੀ ਆਏ, ਇੱਧਰ ਕਰਨਾਲ ਪਾਣੀਪਤ ਦੇ ਵੀ ਆਏ। ਅਸੀਂ ਉਹਨਾਂ ਨਾਲ ਗੱਲਬਾਤ ਕਰੀ, ਕਹਾ ਬਾਬਾ ਜੀ ਪਤਾ ਲੱਗਿਆ ਤਾਂ ਇਸ ਸਥਾਨ ਦਾ, ਤਾਂ ਕਰਕੇ ਅਸੀਂ ਦਰਸ਼ਨ ਵਾਸਤੇ ਆਏ। ਇਹ ਸਰੋਵਰ ਐਸਾ, ਇੱਥੇ ਲੋਹੜੀ ਤੇ ਮਾਘੀ ਨੂੰ ਇੱਕ ਮੇਲਾ ਲੱਗਦਾ ਬਹੁਤ ਭਾਰੀ, ਤਾਂ ਉਸ ਸੰਗਣਾ ਹੁਮ ਹਮਾ ਕੇ ਆਉਂਦੀ ਹੈ। ਜਿਹੜਾ ਗੁਰੂ ਜੀ ਦਾ ਵਾਕ ਹੈ ਵੀ ਜਿਹੜਾ ਇੱਥੇ ਲੋਹੜੀ ਤੇ ਮਾਘੀ ਨੂੰ ਇਸ਼ਨਾਨ ਕਰੇਗਾ ਉਹਨੂੰ 68 ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ। ਇਹ ਗੁਰੂ ਜੀ ਦੇ ਵਾਕ ਹੈ, ਗੁਰੂ ਅਮਰਦਾਸ ਜੀ ਦੇ। ਇੱਥੇ ਇੱਕ ਪੱਟਾ ਲਿਖਿਆ ਹੋਇਆ, 10ਵੇਂ ਪਾਤਸ਼ਾਹ ਨੇ ਪੱਟਾ ਤਿਆਰ ਕਰਿਆ, ਲਿਖਿਆ, ਉਹ ਗੁਰਦੁਆਰੇ 'ਚ ਨਥਾਣਾ ਸਾਹਿਬ ਸਬੂਤ ਹੈ। ਉਹ ਕਹਿੰਦੇ ਪਿੱਪਲ ਥੇੜੀ ਹੈ, ਪਿੱਪਲ ਥੇੜੀ ਹੈ ਜੀ, ਪਿੱਪਲ ਮੰਗੋਲੀਆ ਦਾ ਨਾਮ ਪਿੱਪਲ ਥੇੜੀ ਹੈ ਕਾਗਜ਼ਾਂ 'ਚ, ਵੀ ਇੱਥੇ ਪਿੱਪਲ ਥੇੜੀ ਤੋਂ ਆਪਣੀ ਕਿੰਨੇ ਕਦਮ ਲਿਖਿਆ ਉਹਨਾਂ ਨੇ ਵੀ ਗੁਰਦੁਆਰਾ ਆਬਾਦ ਹੋਏਗਾ ਗੁਰੂ ਨਥਾਣਾ ਸਾਹਿਬ। ਇਹ ਸਬੂਤ ਹੈ ਜੀ, ਇੱਥੇ ਪੱਟਾ ਲੱਗਿਆ ਹੋਇਆ, ਪੱਟਾ ਲਿਖਿਆ ਹੋਇਆ ਗੁਰੂ 9ਵੇਂ ਪਾਤਸ਼ਾਹ ਦਾ। ਇੱਥੇ ਗੁਰੂ ਘਰ ਦੇ ਕੁਝ ਹੋਰ ਸੇਵਾਦਾਰ ਮੌਜੂਦ ਨੇ, ਜਿਨ੍ਹਾਂ ਤੋਂ ਜਾਣਦੇ ਹਾਂ ਕਿ ਗੁਰੂ ਘਰ ਦੇ ਵਿੱਚ ਕਿੰਨੀ ਕੁ ਸੰਗਤ ਹੈ ਜਿਹੜੀ ਪਹੁੰਚਦੀ ਹੈ ਤੇ ਕਿੱਥੋਂ ਸੰਗਤ ਪਹੁੰਚਦੀ ਹੈ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਸੰਗਤਾਂ ਆਉਂਦੀਆਂ ਨੇ ਜੀ। ਅਸਥਾਨ ਗੁਰਦੁਆਰਾ ਨਥਾਣਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਆਸੇ-ਪਾਸੇ ਪਿੰਡਾਂ ਦੀਆਂ ਸੰਗਤਾਂ ਵੀ ਸੇਵਾ ਕਰਦੀਆਂ ਹਨ। ਅੰਬਾਲਾ ਤੱਕ ਤੋਂ ਵੀ ਦੂਰ ਹੋਰ ਦੂਰੋਂ ਜਲੰਧਰ ਤੱਕ ਦੂਰੋਂ ਸੰਗਤਾਂ ਆਉਂਦੀਆਂ, ਜੋ ਸ਼ਰਧਾ ਭਾਵਨਾ ਰੱਖ ਕੇ ਆਉਂਦਾ, ਇਸ਼ਨਾਨ ਕਰਦਾ ਸਰੋਵਰ ਦੇ ਵਿੱਚ, ਤਾਂ ਉਹਨਾਂ ਨੂੰ ਜ਼ਰੂਰ ਫਲ ਮਿਲਦਾ ਹੈ। ਅਨੇਕਾਂ ਬਿਮਾਰੀਆਂ, ਰੋਗ ਦੂਰ ਹੁੰਦੇ ਹਨ। ਹੋਰ ਸੰਗਤਾਂ ਵੀ ਜੋ ਵੀ ਸੁਣਦੇ ਹੁਣ, ਉਹ ਵੀ ਸ਼ੁਭ ਭਾਵਨਾ ਰੱਖ ਕੇ ਇੱਥੇ ਆਉਣ, ਸ਼ਰਧਾ ਭਾਵਨਾ ਨਾਲ ਆਉਣ, ਤਾਂ ਗੁਰੂ ਮਹਾਰਾਜ ਉਹਨਾਂ ਦੀਆਂ ਵੀ ਝੋਲੀਆਂ ਭਰਨਗੇ, ਉਹਨਾਂ ਦੇ ਵੀ ਰੋਗ ਕੱਟਣਗੇ ਇਸ ਸਥਾਨ 'ਤੇ ਆ ਕੇ। ਜੇਕਰ ਗੱਲ ਕਰ ਲਈਏ ਲੋਹੜੀ ਤੇ ਮਾਘੀ ਦਾ ਜਿਹੜਾ ਤਿਉਹਾਰ ਹੈਗਾ, ਉਹ ਵਿਸ਼ੇਸ਼ ਤੌਰ ਤੇ ਗੁਰੂ ਜੀ ਨੇ ਵੀ ਉਸ ਦਿਨ ਦਾ ਵਰ ਦਿੱਤਾ ਹੋਇਆ ਵੀ ਉਸ ਦਿਨ ਜਿਹੜਾ ਗੁਰਦੁਆਰਾ ਨਥਾਣਾ ਸਾਹਿਬ ਦੇ ਵਿੱਚ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਤਾਂ ਉਸ ਨੂੰ 68 ਤੀਰਥਾਂ ਦਾ ਜਿਹੜਾ ਫਲ ਹੈ ਉਹ ਪ੍ਰਾਪਤ ਹੋਏਗਾ। ਤਾਂ ਫਿਰ ਜਿਹੜੀ ਮਾਘੀ ਜਾਂ ਲੋਹੜੀ ਵੇਲੇ ਜਿਹੜਾ ਸਮਾਗਮ ਮਨਾਇਆ ਜਾਂਦਾ, ਉਸ ਵੇਲੇ ਕਿੰਨੀ ਕੁ ਸੰਗਤ ਹੁੰਦੀ ਹੈ ਜਿਹੜੀ ਇੱਥੇ ਪਹੁੰਚਦੀ ਹੈ? ਹਾਂ ਜੀ, ਸਾਲਾਨਾ ਲੋਹੜੀ ਮਾਘੀ ਦਾ ਮੇਲਾ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬਹੁਤ ਦੂਰੋਂ ਸੰਗਤਾਂ ਆਉਂਦੀਆਂ ਹਨ, ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਕੇ ਜਾਂਦੀਆਂ ਹਨ। ਕਿੰਨੀ ਕੁ ਗਿਣਤੀ ਦੇ ਵਿੱਚ ਸੰਗਤ ਆ ਜਾਂਦੀ ਹੈ? ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਆਉਂਦੀਆਂ ਹਨ। ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਜ਼ਰੂਰ ਆਉਂਦੇ ਹਨ, ਜਿਨ੍ਹਾਂ ਨੂੰ ਨਹੀਂ ਪਤਾ ਪਰ ਉਹ ਨਹੀਂ ਆਉਂਦੇ। ਹੁਣ ਚੈਨਲ ਤੋਂ ਵੇਖ ਕੇ ਸਿੱਖ ਸੰਗਤਾਂ ਹੋਰ ਵੀ ਆਉਣ ਅਤੇ ਇਸ਼ਨਾਨ ਕਰਨ, ਉਹਨਾਂ ਦੇ ਰੋਗ ਬਿਮਾਰੀਆਂ ਕੱਟੇ ਜਾਣਗੇ, ਦਵਾਈ ਖਾਣ ਦੀ ਲੋੜ ਨਹੀਂ। ਜੇਕਰ ਇੱਦਾਂ ਗੱਲ ਕਰ ਲਈਏ ਵੀ ਕਿਹੜੇ ਧਾਰਮਿਕ ਜਿਹੜੇ ਤਿਉਹਾਰ ਨੇਗੇ ਜਾਂ ਫਿਰ ਧਾਰਮਿਕ ਸਮਾਗਮ ਨੇ ਕਿਹੜੇ ਮਨਾਏ ਜਾਂਦੇ ਨੇ ਗੁਰਦੁਆਰਾ ਸਾਹਿਬ? ਇੱਥੇ ਜੀ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਤਾ। ਸਾਡੀ ਸੁਰਜੀ ਜਦ ਛੋਟੇ ਤੇ ਅਸੀਂ ਸੰਗਰਾਂਦ ਮਨਾਈ ਜਾਂਦੀ ਸੀ। ਹੁਣ ਇੱਥੇ ਕਾਰ ਸੇਵਾ ਬਾਬਾ ਜੀ ਦੇ ਲੱਗੀ ਹੋਏ ਅਮਰੀਕ ਸਿੰਘ ਦੀ, ਕਈ ਸਾਲ ਹੋ ਗਏ ਇੱਥੇ ਸੇਵਾ ਲੱਗੀ ਨੂੰ, ਤੇ ਪਟਿਆਲੇ ਵਾਲੀ ਦੀ। ਇੱਥੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ, ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਸੰਗਤਾਂ ਬਹੁਤ ਦੂਰ ਤੋਂ ਆਉਂਦੀਆਂ, ਇਸ਼ਨਾਨ ਕਰਦੀਆਂ। ਤੇ ਜਿਹੜਾ ਐਡਰੈਸ ਹੈਗਾ ਸੰਗਤਾਂ ਨੂੰ ਪਤਾ ਨਹੀਂ ਚੱਲਦਾ ਕਈ ਵਾਰ ਵੀ ਇਹ ਗੁਰਦੁਆਰਾ ਸਾਹਿਬ ਕਿੱਥੇ ਸੁਸ਼ੋਭਿਤ ਹੈਗਾ, ਉਹ ਐਡਰੈਸ ਪੂਰਾ ਦੱਸ ਦਿਓ। ਇਹ ਗੁਰਦੁਆਰਾ ਬੇਟਾ ਜਿਹੜੀ ਜੀਟੀ ਰੋਡ ਹੈ ਦਿੱਲੀ ਤੋਂ ਅੰਮ੍ਰਿਤਸਰ ਤੱਕ ਜਾਂਦੀ ਹੈ। ਇੱਕ ਸਥਾਨ ਹੈ ਸੰਭੂ ਸਟੇਸ਼ਨ। ਸੰਭੂ ਸਟੇਸ਼ਨ ਤੋਂ ਸੜਕ ਨਿਕਲੀ ਹੋਈ ਹੈ ਸੰਭੂ ਤੋਂ ਪਟਿਆਲਾ ਵਾਇਆ ਘਨੌਰ। ਉਸ 'ਤੇ ਪਿੰਡ ਪੈਂਦਾ, ਪਹਿਲਾ ਪਿੰਡ ਪੈਂਦਾ ਸੰਭੂ ਤੋਂ
ਮਰਦਾਂ ਪਰ, ਦੂਜਾ ਧੰਦਾਰਸੀ, ਤੀਜਾ ਪਿੰਡ ਪੈਂਦਾ ਪਿੱਪਲ ਮੋਹਲੀ, ਜਿਹਨੂੰ ਪਿੱਪਲ ਥੇੜੀ ਕਿਹਾ ਮਹਾਰਾਜ ਨੇ। ਉਸ ਤੋਂ ਸੜਕ ਚੜ੍ਹਦੇ ਵੱਲ ਆਉਂਦੀ ਹੈ, ਜਿਹੜੀ ਮਤਲਬ ਉਹ ਜੰਡ ਮੋਹਲੀ ਨੂੰ ਹੋ ਕੇ ਵਾਇਆ ਅੱਗੇ ਅੰਬਾਲੇ ਲੱਗ ਜਾਂਦੀ ਹੈ। ਉਸ 'ਤੇ ਪਿੱਪਲ ਮੋਹਲੀ ਤੋਂ 1.5 ਮੀਲ ਦੀ ਵਿੱਥ 'ਤੇ ਹੈ। ਜੇਕਰ ਮੈਂ ਗੱਲ ਕਰ ਲਾਂ ਕਿ ਗੁਰੂ ਅਮਰਦਾਸ ਜੀ ਨੇ ਨਾਥਾਂ ਨੂੰ ਵਰਦਾਨ ਦਿੱਤਾ ਸੀਗਾ ਕਿ ਤੁਹਾਡੇ ਨਾਮ ਤੇ ਗੁਰਦੁਆਰਾ ਨਥਾਣਾ ਸਾਹਿਬ ਸੁਸ਼ੋਭਿਤ ਹੋਵੇਗਾ, ਗੁਰਦੁਆਰਾ ਨਥਾਣਾ ਸਾਹਿਬ ਬਣੇਗਾ, ਤਾਂ ਫਿਰ ਨਾਥਾਂ ਦਾ ਕੋਈ ਪਰਿਵਾਰ ਇੱਥੇ ਹੈ ਜਾਂ ਨਹੀਂ ਜੀ? ਨਹੀਂ ਬੇਟਾ, ਉਸ ਦੇ ਬਾਰੇ ਮੈਂ ਕਿਸੇ ਨੂੰ ਕੋਈ ਪਤਾ ਨਹੀਂ ਹੈ। ਪਹਿਲਾਂ ਵੀ ਕੋਈ ਬਜ਼ੁਰਗ ਨੇ ਨਹੀਂ ਦੱਸਿਆ, ਹੁਣ ਵੀ ਕਿਸੇ ਨੇ ਨਹੀਂ ਦੱਸਿਆ ਵੀ ਉਹ ਨਾਥਾਂ ਦੇ ਬਾਰੇ ਮੈਂ ਕਿਆ ਕੁਛ ਭੇਤ ਹੈ। ਅਸੀਂ ਕੱਚੀ ਬਾਤ ਕਰ ਨਹੀਂ ਸਕਦੇ, ਨਾ ਕਰਨ ਦੀ ਲੋੜ ਪੈਂਦੀ ਹੈ। ਇਹ ਇਤਿਹਾਸ ਸੀਗਾ ਗੁਰਦੁਆਰਾ ਨਥਾਣਾ ਸਾਹਿਬ ਦਾ, ਤੇ ਇਸੇ ਦੇ ਨਾਲ ਹੀ ਮੈਂ ਦੱਸਦਾ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸਰੋਵਰ ਸਾਹਿਬ ਵੀ ਸੁਸ਼ੋਭਿਤ ਹੈ, ਜਿਸ ਦੇ ਵਿੱਚ ਕਿ ਇਸ਼ਨਾਨ ਕਰਨ ਦੇ ਨਾਲ 68 ਤੀਰਥਾਂ ਦਾ ਵਰ ਪ੍ਰਾਪਤ ਹੁੰਦਾ ਹੈ। 68 ਤੀਰਥਾਂ ਤੇ ਜੇਕਰ ਇਨਸਾਨ ਜਾਂਦਾ ਹੈਗਾ, ਜਿੰਨਾ ਉੱਥੋਂ ਫਲ ਪ੍ਰਾਪਤ ਹੁੰਦਾ ਹੈ, ਇੱਥੇ ਲੋਹੜੀ ਜਾਂ ਮਾਘੀ ਵਾਲੇ ਦਿਨ ਇਸ਼ਨਾਨ ਕਰਨ ਦੇ ਨਾਲ ਉਹਨਾਂ 68 ਤੀਰਥਾਂ ਦਾ ਫਲ ਇੱਥੇ ਇੱਕ ਵਾਰ ਇਸ਼ਨਾਨ ਕਰੇ ਤੋਂ ਪ੍ਰਾਪਤ ਹੋ ਜਾਂਦਾ ਹੈ। ਦੱਸ ਦਈਏ ਕਿ ਸ਼ੰਭੂ ਵਾਇਆ ਪਟਿਆਲਾ ਇੱਕ ਰੋਡ, ਸ਼ੰਭੂ ਤੋਂ ਘਨੌਰ ਵਾਇਆ ਪਟਿਆਲਾ ਇੱਕ ਰੋਡ ਬਣਿਆ ਹੋਇਆ, ਜਿੱਥੇ ਕਿ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈਗਾ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਤਾਂ ਉਹਦੀਆਂ ਸਾਰੀਆਂ ਮੁਰਾਦਾਂ ਵੀ ਪੂਰੀਆਂ ਹੁੰਦੀਆਂ ਨੇ। ਜਿਵੇਂ ਕਿ ਆਪਾਂ ਨੂੰ ਬਾਬਾ ਜੀ ਨੇ ਦੱਸਿਆ, ਤੇ ਇੱਕ ਵਾਰ ਇਹਨਾਂ ਤੋਂ ਵੀ ਜਾਣ ਲੈਂਦੇ ਹਾਂ ਕਿ ਜੇਕਰ ਕੋਈ ਆਪਣੀ ਦਿਲੀ ਇੱਛਾ ਲੈ ਕੇ ਇੱਥੇ ਕੋਈ ਮੁਰਾਦ ਮੰਗਦਾ ਹੈਗਾ ਤਾਂ ਉਹ ਮੁਰਾਦ ਪੂਰੀ ਹੁੰਦੀ ਹੈ ਜੀ? ਹਾਂਜੀ, ਜਿੱਥੇ ਆਪਣੀ ਚੰਗੀ ਭਾਵਨਾ ਨਾਲ, ਅੱਛੀ ਭਾਵਨਾ ਨਾਲ ਕੋਈ ਵੀ ਮੁਰਾਦ ਲੈ ਕੇ ਆਉਂਦਾ, ਇੱਥੇ ਸਤਿਗੁਰੂ ਪੂਰੀ ਕਰਦੇ ਆ। ਉਹਨਾਂ ਦੀ ਇਸ਼ਨਾਨ ਕਰਕੇ ਮੱਥਾ ਟੇਕਦੇ ਆ, ਤੇ ਇਸ਼ਨਾਨ ਉਸ ਤੋਂ ਬਾਅਦ ਇਹ ਪੂਰੀ ਕਰਦੇ ਆ ਮਹਾਰਾਜ। ਤੇ ਜੇਕਰ ਆਪਾਂ ਗੱਲ ਕਰ ਲਈਏ ਵੀ ਬਿਮਾਰੀਆਂ ਵੀ ਲੋਕਾਂ ਦੇ ਵਿੱਚ ਬਹੁਤ ਨੇਗੀਆਂ, ਫੈਲ ਰਹੀਆਂ ਨੇ, ਜੇਕਰ ਕੋਈ ਬਿਮਾਰ ਵਿਅਕਤੀ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਤਾਂ ਉਹਦੀ ਬਿਮਾਰੀ ਵੀ ਦੂਰ ਹੋ ਸਕਦੀ ਹੈ ਜੀ। ਉਹ ਸੱਚੇ ਸਤਿਗੁਰੂ ਦੀ ਓਟ ਲੈ ਕੇ ਆਵੇਗਾ, ਜੋ ਅੱਛਾ ਹੀ ਹੋਵੇਗਾ। ਇਸੇ ਇਤਿਹਾਸ ਗੁਰਦੁਆਰਾ ਨਥਾਣਾ ਸਾਹਿਬ ਜੰਡ ਮਗੌਲੀ ਦਾ, ਜਿਸ ਬਾਰੇ ਤੁਹਾਨੂੰ ਜਾਣੂ ਕਰਵਾਇਆ। ਗੁਰੂ ਘਰ ਦੇ ਸੇਵਾਦਾਰ ਦੇ ਨਾਲ ਵੀ ਗੱਲਬਾਤ ਕਰਵਾਈ ਹੈ, ਗੱਲਬਾਤ ਕੀਤੀ ਹੈਗੀ। ਉਹਨਾਂ ਨੇ ਵੀ ਦੱਸਿਆ ਕਿ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ। ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਜੁੜੇ ਰਹੋ ਬੋਲੀ ਹੌਲੀ ਬਾਬਾ ਦੇ ਨਾਲ।